ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੀ ਪਤ, ਤੂੰ ਹੈ ਮੇਰਾ ਗਹਿਣਾ, ਤੁਝੇ ਬਿਨ ਨਿਮਖ ਨਾ ਜਾਈ ਰਹਿਣਾ। ਤੂੰ ਮੇਰੇ ਲਾਲਨ, ਤੂੰ ਮੇਰੀ ਪ੍ਰਾਨ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ। ਜਿਉ ਤੁਮ ਰੱਖੋ ਤਿਵਹੀ ਰਹਿਣਾ, ਜੋ ਤੁਮ ਕਹੋ सोई मोहि करना। परम सत्कारयोग सतगुरां दी साजी इमाजी, गुरु प्यारी, गुरु सवारी, गुरु दा खास रूप सासंगी आप ਸਰਬੱਤ ਸਿੱਖ ਸੰਗਤਾਂ ਧੰਨਤਾ ਦੇ ਯੋਗ ਹੈ, ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਰਲ ਮਿਲ ਕੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ, ਸਤਿਗੁਰਾਂ ਦੇ ਵਚਨਾਂ ਦੇ ਨਾਲ ਸਾਂਝ ਪਾਈਏ। ਜਿਨ੍ਹਾਂ ਵਚਨਾਂ ਦੇ ਨਾਲ ਅੱਜ ਆਪਾਂ ਸਾਂਝ ਪਾਵਾਂਗੇ, ਉਹ ਵਚਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਅੱਜ ਦੇ ਇਹਨਾਂ ਵਚਨਾਂ ਦੇ ਨਾਲ ਗੁਰੂ ਪਾਤਸ਼ਾਹ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹੱਲਾ ਪਹਿਲਾ। ब्रह्मै गर्भ किया नहीं जानिया, वेद की विपत पड़ी पशुतानिया। जह प्रभ सिमरा तही मन मानिया। सतगुरु नानक देव महाराज साहिब सब दी शुरुआत इन्हां वचनां दे नाल करदे। ब्रह्मै गर्भ किया नहीं जानिया। ब्रह्मा का भाव हुंदा है, ब्रह्मा ने गर्भ का भाव हुंदा है हंकार मान। ब्रह्मा ने हंकार किया कि मैं कमल की नाभ दे विचों जम्मिया, भाव मैं अपने आप तो ही पैदा होया। ब्रह्मा नूं ये मान हो गया। वेद की विपता भाव वेदां दे चुराए जाण ते विपता। सतगुरु नानक देव महाराज इन्हां वचनां दे नाल बख्शिश करदे ने। ਤੇ ਜਿਹੜੀਆਂ ਇਹ ਸਭ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਪਾਤਸ਼ਾਹ ਕਹਿੰਦੇ ਐਸਾ ਗਰਭ ਬੁਰਾ ਸੰਸਾਰ ਹੈ, ਜਿਹ ਗੁਰ ਮਿਲਾ ਤਿਸ ਗਰਭ ਨਹੀਂ ਮਾਰੈ।
ਸੰਸਾਰਾ ਦਾ ਭਾਵ ਹੁੰਦਾ ਹੈ ਸੰਸਾਰ ਦੇ ਵਿੱਚ। ਨਿਬਾਰਾ ਦਾ ਭਾਵ ਹੁੰਦਾ ਹੈ ਦੂਰ ਕਰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਬਚਨਾਂ ਦੇ ਨਾਲ ਮਕਸਦ ਕਰਦੇ ਨੇ। ਪਾਤਸ਼ਾਹ ਕਹਿੰਦੇ ਜਗਤ ਦੇ ਵਿੱਚ ਹੰਕਾਰ ਇੱਕ ਐਸਾ ਵਿਕਾਰ ਹੈ, ਜਗਤ ਦੇ ਵਿੱਚ ਜਿਹੜਾ ਹੰਕਾਰ ਕਰਨਾ ਹੈ ਇਹ ਐਸਾ ਇੱਕ ਵਿਕਾਰ ਹੈ ਜੋ ਬਹੁਤ ਭੈੜਾ ਹੈ। ਹੰਕਾਰ ਕਰਨਾ ਬਹੁਤ ਮਾੜਾ ਹੈ। ਵੱਡੇ ਵੱਡੇ ਅਖਵਾਉਣ ਵਾਲੇ ਵੀ ਜਦੋਂ ਹੰਕਾਰ ਦੇ ਅਧੀਨ ਹੋਏ, ਹੰਕਾਰ ਦੇ ਢਹੇ ਚੜ੍ਹੇ ਤਾਂ ਬਹੁਤ ਖੁਆਰ ਹੋਏ, ਬਹੁਤ ਦੁਖੀ ਹੋਏ। ਜਿਸ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪੈਂਦਾ, ਜਿਹੜਾ ਮਨੁੱਖ ਗੁਰੂ ਵਾਲਾ ਬਣ ਜਾਂਦਾ ਹੈ ਤੇ ਗੁਰੂ ਉਸ ਦਾ ਹੰਕਾਰ ਦੂਰ ਕਰ ਦਿੰਦਾ ਹੈ। ਇਹ ਗੁਰੂ ਦੇ ਵਿੱਚ ਸਮਰੱਥਾ ਹੈ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਗੁਰੂ ਵਾਲਾ ਬਣਦਾ ਹੈ, ਗੁਰੂ ਉਸ ਦਾ ਹੰਕਾਰ ਦੂਰ ਕਰ ਦਿੰਦਾ ਹੈ। ਜਿਸ ਗੁਰ ਮਿਲੈ ਤਿਸ ਗਰਭ ਨਹੀਂ ਬਾਰੈ। ਤੇ ਸਭ ਦੀ ਸ਼ੁਰੂਆਤ ਸਤਿਗੁਰੂ ਨਾਨਕ ਦੇਵ ਮਹਾਰਾਜ ਕਰਦੇ ਨੇ ਕਿ ਬ੍ਰਹਮੈ ਗਰਭ ਕੀਆ ਨਹੀਂ ਜਾਣਿਆ, वेद की बिपत पड़ी पशुतानिया, जह प्रभ सिमरै तही मन मानिया। सतगुरु नानक देव महाराज उन्हां हंकार करन वाले मनुखां दा जिक्र करते हैं जिन्हां ने हंकार किया ते खुआर होए, दुखी होए, जिहड़े हंकार करके। कहंदे ब्रह्मा ने हंकार किया कि मैं इतना वड्डा हाँ, मैं तां कंबल दी नाभि दे विचों किवें जम सकदा हाँ। हंकार हो गया ब्रह्मा नूं। ब्रह्मा ने परमात्मा दी जो बेअंतता है ना, परमात्मा दे लंबे हत्थां नूं नहीं जाणिया, बेअंतता नूं नहीं समझिया ब्रह्मा ने परमात्मा दी नूं। ਜਦੋਂ ਉਸ ਦਾ ਮਾਣ ਤੋੜਨ ਵਾਸਤੇ ਉਸ ਦੇ ਵੇਦਾਂ ਦੇ ਚੁਰਾਏ ਜਾਣ ਦੀ ਵਿਪਤਾ ਪਈ, ਉਹਦੇ ਵੇਦ ਚੋਰੀ ਹੋ ਗਏ, ਉਸ ਉੱਤੇ ਜਦੋਂ ਵਿਪਤਾ ਆ ਪਈ ਤਾਂ ਬ੍ਰਹਮਾ ਕਹਿੰਦੇ ਬੜਾ ਪਛਤਾਇਆ, ਬੜਾ ਪਛਤਾਉਣਾ ਕੀਤਾ ਉਹਨੇ ਕਿ ਮੈਂ ਆਪਣੇ ਆਪ ਨੂੰ ਬੇਅਰਥ ਹੀ ਇਤਨਾ ਵੱਡਾ ਸਮਝਿਆ, मैं अपने आप ते हंकार करता रहा। जदों उस विपता वेले उसने परमात्मा नूं याद किया। हुण असी सारे, साडी भी हालत यही है गुरमुखो, जदों असी सुख दे विचों होंदे आ उदों असी परमात्मा नूं याद नहीं करते। जदों साडे ते कोई विपता दा समा आ जांदा है, औखी घड़ी आ जांदी है, उदों असी पटक दिने परमात्मा नूं याद करदा भी हुण परमात्मा साडी रखिया करे। इसे तरह ही जदों विपता पैगी ब्रह्मा ते कहंदे फिर उसने परमात्मा नूं याद किया। जदों परमात्मा नूं याद किया, परमात्मा नूं सिमरिया ते परमात्मा ने उहदी सहायता की ब्रह्मा ने। तदों उस ब्रह्मा नूं यकीन आया कि परमात्मा ही सब तो वड्डा है। ब्रह्मा ने मनना किया उस समय। अगे सतगुरु नानक देव महाराज फिर बख्श कर रहे हैं। पातशाह कहंदे बल राजा माया अहंकारी, जगन करै बहु भार अफारी, बिन गुण पूसै जाए प्यारी।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਬਲ ਰਾਜਾ ਦਾ ਜ਼ਿਕਰ ਕੀਤਾ ਹੈ। ਥੋੜ੍ਹਾ ਜਿਹਾ ਆਪਾਂ ਇਹਦੇ ਬਾਰੇ ਵੀ ਵਿਚਾਰ ਕਰਦੇ ਚਲੇ ਜਾਈਏ। ਬਲ ਰਾਜਾ ਕੌਣ ਸੀ? ਪਾਤਸ਼ਾਹ ਕਹਿੰਦੇ ਬਲ ਰਾਜਾ ਮਾਇਆ ਅਹੰਕਾਰੀ। ਇੱਕ ਦੈਂਤ ਸੀ ਸਾਧ ਸੰਗਤ ਜੀ। ਬਲ ਰਾਜਾ ਜਿਹੜਾ ਇਹ ਦੈਂਤ ਸੀ ਤੇ ਤਪ ਕਰਕੇ ਨਾ ਭਜਨ ਬੰਦਗੀ ਕਰਕੇ ਇਸ ਨੇ ਸਾਰੇ ਦੇਵਤੇ ਜਿੱਤ ਲਏ ਨੇ। ਬਲ ਰਾਜੇ ਨੇ ਤਪ ਕਰਕੇ ਇੰਦਰ ਦੀ ਪਦਵੀ ਪ੍ਰਾਪਤ ਕਰ ਲਈ। ਇਸ ਨੇ 7100 ਜੱਗ ਸ਼ੁਰੂ ਕੀਤਾ। 101 ਜੱਗ ਸ਼ੁਰੂ ਕੀਤਾ। ਜਿਹੜਾ ਅਖੀਰਲਾ ਜੱਗ ਸੀ ਨਾ ਸਾਧ ਸੰਗਤ ਜੀ, ਅਖੀਰਲਾ ਜੱਗ ਨਿਰਵਿਘਨ ਸਮਾਪਤ ਹੋਣ ਤੇ ਇੰਦਰ ਦਾ ਜੋ ਤਖਤ ਸੀ ਉਹ ਖੁੱਸ ਜਾਣਾ ਸੀ। ਇਸ ਨੇ ਵਿਸ਼ਨੂੰ ਨੂੰ, ਬਲ ਰਾਜਾ ਨੇ ਵਿਸ਼ਨੂੰ ਤੋਂ ਮਦਦ ਮੰਗੀ, ਸਹਾਇਤਾ ਮੰਗੀ। ਵਿਸ਼ਨੂੰ ਨੇ ਬਾਉਣਾ ਰੂਪ ਧਾਰਿਆ, ਬ੍ਰਾਹਮਣ ਬਣ ਕੇ ਰਾਜੇ ਦੇ ਜੱਗ ਅਸਥਾਨ ਤੇ ਪਹੁੰਚ ਗਿਆ। ਵਿਸ਼ਨੂੰ ਬਾਉਣਾ ਬ੍ਰਾਹਮਣ ਬਣ ਕੇ ਕੁਟੀਆਂ ਬਣਾਉਣ ਲਈ 2.5 ਕਰਮ ਥਾਂ ਮੰਗੀ ਇਸ ਵਿਸ਼ਨੂੰ ਬ੍ਰਾਹਮਣ ਨੇ ਬਲ ਰਾਜੇ ਤੋਂ, ਵੀ ਮੈਂ ਆਪਣੀ ਕੁਟੀਆ ਬਣਾਉਣੀ ਹੈ ਤੇ ਮੈਨੂੰ 2.5 ਕਰਮ ਜਗ੍ਹਾ ਚਾਹੀਦੀ ਹੈ। ਬਲ ਰਾਜੇ ਦੇ ਗੁਰੂ ਜਿਹੜਾ ਸ਼ੁਕਰ ਸੀ, ਉਹਦਾ ਨਾਮ ਸੀ ਬਲ ਰਾਜੇ ਦਾ ਜਿਹੜਾ ਗੁਰੂ ਜੀ ਸੀ, ਉਹਨੇ ਵਰਜਿਆ ਸਾਧ ਸੰਗਤ ਜੀ ਆਪਣੇ ਚੇਲੇ ਨੂੰ, ਬਲ ਰਾਜੇ ਨੂੰ, ਕਿ ਇਹ ਸਾਲਾ ਤੇਰੇ ਨਾਲ ਧੋਖਾ ਹੋਣ ਵਾਲਾ ਹੈ, ਇਸ ਤੋਂ ਬਚੋ। ਬਲ ਰਾਜੇ ਨੇ ਆਪਣੇ ਦਾਨੀ ਹੋਣ ਦੇ ਹੰਕਾਰ ਵਿੱਚ ਆਪਣੇ ਗੁਰੂ ਦਾ ਹੁਕਮ ਨਾ ਮੰਨਿਆ। ਜਦੋਂ ਹੁਕਮ ਨਾ ਮੰਨਿਆ ਤੇ 2.5 ਕਰਮ ਧਰਤੀ ਦੇਣ ਲਈ ਮੰਨ ਗਿਆ। ਸਾਧ ਸੰਗਤ ਜੀ ਬ੍ਰਾਹਮਣ ਰੂਪ ਧਾਰੀ ਵਿਸ਼ਨੂੰ ਨੇ ਇੱਕੋ ਹੀ ਕਰਮ ਦੇ ਨਾਲ ਸਾਰੀ ਧਰਤੀ ਤੇ ਦੂਜੇ ਦੇ ਨਾਲ ਸਾਰਾ ਆਕਾਸ਼ ਮਿਣ ਲਿਆ। ਅੱਧੇ ਕਰਮ ਵਾਸਤੇ ਬਲ ਨੇ ਆਪਣਾ ਸਰੀਰ ਪੇਸ਼ ਕੀਤਾ। ਵਿਸ਼ਨੂੰ ਨੇ ਉਹਦੀ ਛਾਤੀ ਉੱਤੇ ਪੈਰ ਧਰ ਕੇ ਨੇ ਕਹਿੰਦੇ ਉਸ ਨੂੰ ਪਤਾਲ ਦੇ ਵਿੱਚ ਪਹੁੰਚਾ ਦਿੱਤਾ। ਪਤਾਲ ਦਾ ਰਾਜ ਵੀ ਦੇ ਦਿੱਤਾ ਤੇ ਪ੍ਰਸੰਨ ਹੋ ਕੇ, ਪਰ ਵਿਸ਼ਨੂੰ ਨੂੰ ਉੱਥੇ ਇਸ ਰਾਜੇ ਦਾ ਦਰਬਾਰ ਬਣਨਾ ਪਿਆ। ਸਾਧ ਸੰਗਤ ਜੀ ਜਿਹਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ। ਬਲ ਰਾਜਾ ਮਾਇਆ ਹੰਕਾਰੀ, ਜਗਨ ਕਰੈ ਬਹੁ ਭਾਰ ਉਪਾਈ। ਕਹਿੰਦੇ ਬਲ ਰਾਜੇ ਨੂੰ ਮਾਇਆ ਦਾ ਮਾਣ ਹੋ ਗਿਆ, ਹੰਕਾਰ ਹੋ ਗਿਆ ਮਾਇਆ ਦਾ। ਉਸਨੇ ਬੜੇ ਜੱਗ ਕੀਤੇ, ਹੰਕਾਰ ਦੇ ਨਾਲ ਬਹੁਤ ਆਫਰਿਆ। ਇੰਦਰ ਦਾ ਸਿੰਘਾਸਨ ਖੋਹਣ ਦੇ ਲਈ ਉਸਨੇ 101 ਜੱਗ ਸ਼ੁਰੂ ਕੀਤੇ। ਜੇ ਅਖੀਰਲਾ ਜੱਗ ਨਿਰਵਿਘਨ ਸਿਰੇ ਚੜ੍ਹ ਜਾਂਦਾ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੰਦਰ ਦਾ ਜੋ ਰਾਜ ਸੀ ਉਹ ਖੋਹ ਲੈਂਦਾ ਬਲ ਰਾਜਾ। ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇੰਦਰ ਨੇ ਵਿਸ਼ਨੂੰ ਦੀ ਸਹਾਇਤਾ ਮੰਗੀ। ਵਿਸ਼ਨੂੰ ਬ੍ਰਾਹਮਣ ਦਾ ਰੂਪ ਧਾਰ ਕੇ ਦਾਨ ਮੰਗਣ ਗਿਆ ਬਲ ਰਾਜੇ ਦੇ ਕੋਲ। ਬਲ ਦੇ ਗੁਰੂ ਸ਼ੁਕਰ ਨੇ ਉਹਨੂੰ ਸਮਝਾਇਆ ਕਿ ਇਹ ਸਾਲਾ ਇਸ ਵਿੱਚ ਨਾ ਫਸ, ਪਰ ਮਾਇਆ ਦੇ ਹੰਕਾਰ ਵਿੱਚ ਆਪਣੇ ਗੁਰੂ ਦੀ ਸਲਾਹ ਲੈਣ ਤੋਂ ਬਿਨਾਂ ਉਸਨੇ ਬ੍ਰਾਹਮਣ ਰੂਪ ਧਾਰੀ ਵਿਸ਼ਨੂੰ ਨੂੰ ਦਾਨ ਦੇਣਾ ਮੰਨ ਲਿਆ। ਸਾਧ ਸੰਗਤ ਜੀ
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਅੱਗੇ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਭੇਵੈ, ਆਪ ਭੁਲਾਏ ਆਪੇ ਮਤ ਦੇਵੈ। ਇਹਨਾਂ ਪੰਕਤੀਆਂ ਦੇ ਵਿੱਚ, ਇਸ ਬਾਣੀ ਦੇ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਾਜੇ ਹਰੀ ਚੰਦ ਦਾ ਜ਼ਿਕਰ ਕੀਤਾ। ਹਰੀ ਚੰਦ ਕੌਣ ਸੀ ਸਾਧ ਸੰਗਤ ਜੀ? ਕਹਿੰਦੇ ਇੱਕ ਬਚਨਪਾਲ ਧਰਮੀ ਤੇ ਇੱਕ ਦਾਨੀ ਰਾਜਾ ਹੋਇਆ ਰਾਜਾ ਹਰੀ ਚੰਦ। ਇੱਕ ਬਚਨਪਾਲ ਤੇ ਧਰਮੀ ਤੇ ਦਾਨੀ ਰਾਜਾ ਰਾਜਾ ਹਰੀ ਚੰਦ। ਪਟਨਾ ਰਾਜਧਾਨੀ ਵਸ਼ਿਸ਼ਟ ਦਾ ਪ੍ਰੋਹਿਤ ਸੀ ਇਹ। ਵਸ਼ਿਸ਼ਟ ਨੇ ਵਿਸ਼ਵਾਮਿੱਤਰ ਦੇ ਪਾਸ ਰਾਜੇ ਦੇ ਦਾਨ ਦੀ ਸੇਵਾ ਕੀਤੀ ਤੇ ਵਿਸ਼ਵਾਮਿੱਤਰ ਨੇ ਪਰਖਣਾ ਚਾਹਿਆ। ਵਸ਼ਿਸ਼ਟ ਦੀ ਗੈਰ ਹਾਜ਼ਰੀ ਦੇ ਵਿੱਚ ਨਾ ਰਾਜੇ ਨੇ ਸਾਰਾ ਰਾਜ ਦਾਨ ਕਰ ਦਿੱਤਾ। ਰਾਜੇ ਹਰੀ ਚੰਦ ਨੇ ਸਾਰਾ ਰਾਜ ਭਾਗ ਆਪਣਾ ਦਾਨ ਕਰ ਦਿੱਤਾ। ਦਕਸ਼ਨਾ ਦੇ ਇਬਦ ਵਿੱਚ ਰਾਜਾ ਆਪ ਉਸ ਦੀ ਰਾਣੀ ਤਾਰਾ ਤੇ ਉਸ ਦਾ ਪੁੱਤਰ ਕਾਂਸੀ ਦੀ ਮੰਡੀ ਵਿੱਚ ਵਿਕੇ। ਸਾਧ ਸੰਗਤ ਜੀ, ਉਹਨਾਂ ਨੂੰ ਵਿਕਣਾ ਪਿਆ ਕਾਂਸੀ ਦੀ ਮੰਡੀ ਦੇ ਵਿੱਚ। ਰਾਜੇ ਨੂੰ ਮਰਕਟ ਦੇ ਠੇਕੇਦਾਰ ਨੇ ਮੁੱਲ ਲੈ ਲਿਆ। ਰਾਣੀ ਤਾਰਾ ਤੇ ਉਸ ਦਾ ਪੁੱਤਰ ਨੂੰ ਇੱਕ ਬ੍ਰਾਹਮਣ ਨੇ ਖਰੀਦ ਲਿਆ। ਪੁੱਤਰ ਸੱਪ ਦਾ ਡੰਗਿਆ ਮਰ ਗਿਆ। ਤਾਰਾ ਮਰਕਟ ਦੇ ਵਿੱਚ ਪੁੱਤਰ ਨੂੰ ਸਾੜਨ ਦੇ ਲਈ ਅੱਗੇ ਮੁਸਲ ਲਏ ਬਿਨਾ ਹਰੀ ਚੰਦ ਦੀ ਇਜਾਜ਼ਤ ਨਾ ਦਿੱਤੀ। ਰਾਣੀ ਪਾਸ ਮਸੂਲ ਜੋਗੇ ਪੈਸੇ ਨਹੀਂ ਸੀ। ਸਾਧ ਸਮਝੀ ਰਾਣੀ ਤਾਰਾ ਦੇ ਕੋਲ ਉਸ ਸਮੇਂ ਪਰਖ ਦੀ ਵੀ ਸਾਧ ਸਮਝੀ ਹੱਦ ਹੋ ਗਈ। ਵਿਸ਼ਵਾਮਿੱਤਰ ਸ਼ਰਮਿੰਦਾ ਹੋਇਆ। ਰਾਜੇ ਦੀ ਜਿੱਤ ਹੋਈ, ਪਰ ਇਹ ਸਾਰਾ ਕਸ਼ਟ ਤਾਂ ਮਿਲਿਆ ਕਿ ਰਾਜੇ ਨੇ ਆਪਣੇ ਗੁਰੂ ਵਸ਼ਿਸ਼ਟ ਦੀ ਸਲਾਹ ਤੋਂ ਨਾ ਲੈ ਲਈ। ਉਹਨੇ ਕਸ਼ਟ ਸਹਾਰੇ ਆਪਣੇ ਗੁਰੂ ਦਾ ਬਚਨ ਨਾ ਮੰਨਿਆ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਰਾਜਾ ਹਰੀ ਚੰਦ ਵੀ ਦਾਨ ਕਰਦਾ ਸੀ। ਜਿਹੜਾ ਰਾਜਾ ਹਰੀ ਚੰਦ ਸੀ ਇਹ ਧਰਮੀ ਦਾ ਰਾਜਾ ਸੀ, ਦਾਨ ਕਰਦਾ ਸੀ। ਦਾਨ ਦੀ ਸੋਭਾ ਵਿੱਚ ਹੀ ਮਸਤ ਰਿਹਾ ਤੇ ਗੁਰੂ ਤੋਂ ਬਿਨਾਂ ਵੀ ਇਹ ਸਮਝ ਨਾ ਸਕਿਆ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ। ਜਿਹੜੇ ਪਰਮਾਤਮਾ ਦੇ ਗੁਣ ਨੇ ਉਹਨਾਂ ਦਾ ਅੰਤ ਨਹੀਂ ਪੈ ਸਕਦਾ, ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ। ਉਸ ਦੀ ਸ੍ਰਿਸ਼ਟੀ ਦੇ ਵਿੱਚ ਬੇਅੰਤ ਦਾਨੀ ਨੇ, ਪਰ ਜੀਵ ਦੇ ਕੀ ਵਸ ਹੈ? ਪਰਮਾਤਮਾ ਆਪ ਹੀ ਜੀਵ ਨੂੰ ਅਕਲ ਦਿੰਦਾ ਹੈ, ਸੋਝੀ ਦਿੰਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਅਗਲੀਆਂ ਵਚਨਾਂ ਦੇ ਵਿੱਚ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਦੁਰਮਤ ਹਰ ਨਾਕਸ ਦੁਰਾਚਾਰੀ, ਪ੍ਰਭ ਨਰੈਣ ਗਰਭ ਪ੍ਰਹਾਰੀ, ਪ੍ਰਹਿਲਾਦ ਉਤਾਰੇ ਕਿਰਪਾ ਧਾਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਹਿਲਾਦ ਦਾ ਜ਼ਿਕਰ ਕੀਤਾ, ਹਰਨਾਕਸ਼ ਦਾ ਜ਼ਿਕਰ ਕੀਤਾ। ਇਹ ਹਰਨਾਕਸ਼ ਕੌਣ ਸੀ? ਸਾਧ ਸੰਗਤ ਆਓ ਇਹਦੇ ਬਾਰੇ ਵੀ ਆਪਾਂ ਵਿਚਾਰ ਕਰਕੇ ਅਗਲੀ ਪੰਕਤੀਆਂ ਲਵਾਂਗੇ। ਜਿਹੜਾ ਹਰਨਾਕਸ਼ ਸੀ ਨਾ, ਇਹ ਮੁਲਤਾਨ ਦਾ ਰਾਜਾ ਸੀ। ਸਾਧ ਸੰਗਤ ਮੁਲਤਾਨ ਦਾ ਰਾਜਾ ਸੀ ਹਰਨਾਕਸ਼। ਜ਼ਾਲਮ ਹੋਣ ਕਰਕੇ ਇਹਨੇ ਆਪਣੇ ਆਪ ਨੂੰ ਦੈਂਤ ਅਖਵਾਇਆ ਤੇ ਇਹਦੇ ਘਰ ਪੁੱਤਰ ਪੈਦਾ ਹੋਇਆ ਪ੍ਰਹਿਲਾਦ। ਇਹਨੇ ਮੰਦਰਾਚਲ ਪਹਾੜ ਤੇ ਤਪ ਕਰਕੇ ਬ੍ਰਹਮਾ ਤੋਂ ਵਰ ਲਿਆ। ਹਰਨਾਕਸ਼ ਨੇ ਜਦੋਂ ਇਹਨੇ ਵਰ ਮੰਗਿਆ ਤੇ ਵਰ ਦੇ ਦਿੱਤਾ। ਇਹਨੇ ਵਰ ਮੰਗਲਾ ਵੀ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਨੂੰ ਮਰਾਂ,
ਨਾ ਮੈਂ ਘਰ ਦੇ ਅੰਦਰ ਮਰਾਂ, ਨਾ ਮੈਂ ਘਰ ਦੇ ਬਾਹਰ ਮਰਾਂ, ਨਾ ਮੈਂ ਮਨੁੱਖ ਦੇ ਪਾਸੋਂ ਮਰਾਂ, ਨਾ ਮੈਂ ਕਿਸੇ ਦੇਵਤੇ ਦੇ ਪਾਸੋਂ ਮਰਾਂ। ਹਰਨਾਕਸ਼ ਨੇ ਸਾਧ ਸੰਗਤ ਜੀ ਇਹ ਵਰ ਪ੍ਰਾਪਤ ਕਰਨੇ। ਇਸਨੇ ਰਾਜ ਦੇ ਵਿੱਚ ਹੁਕਮ ਦਿੱਤਾ ਕਿ ਮੈਂ ਹੀ ਰੱਬ ਹਾਂ, ਮੇਰਾ ਹੀ ਨਾਮ ਜਪਿਆ ਜਾਵੇ। ਇੰਨਾ ਹੰਕਾਰੀ ਸੀ ਹਰਨਾਕਸ਼ ਵੀ ਮੇਰਾ ਨਾਮ ਜਪਿਆ ਜਾਵੇ। ਜਿਹੜਾ ਇਹਦਾ ਪੁੱਤਰ ਸੀ ਪ੍ਰਹਿਲਾਦ, ਉਹ ਰੱਬ ਦਾ ਭਗਤ ਨਿਕਲਿਆ। ਸਾਧ ਸੰਗਤ ਜੀ, ਇਹਨੇ ਆਪਣਾ ਨਾਮ ਜਪਾਉਣ ਵਾਸਤੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਬੜੇ ਦੁੱਖ ਦਿੱਤੇ, ਕਸ਼ਟ ਦਿੱਤੇ। ਇਤਨੇ ਕਸ਼ਟ ਦਿੱਤੇ ਕਿ ਜਦੋਂ ਇਹਦਾ ਪਾਪਾਂ ਦਾ, ਜ਼ੁਲਮਾਂ ਦਾ ਅੰਤ ਹੋਣ ਵਾਲਾ ਸੀ ਤੇ ਪਰਮਾਤਮਾ ਨੇ ਨਰਸਿੰਘ ਦਾ ਰੂਪ ਧਾਰ ਕੇ ਨਹੁੰਆਂ ਦੇ ਨਾਲ ਮਾਰਿਆ ਇਹਨੂੰ, ਇਹਦਾ ਸਰੀਰ ਪਾੜ ਕੇ। ਉਸ ਵੇਲੇ ਕਹਿੰਦੇ ਨਾ ਦਿਨ ਸੀ ਨਾ ਰਾਤ ਹੀ ਦਿਨ ਸਿਪਣ ਵਾਲਾ ਸੀ, ਨਾ ਇਹ ਅੰਦਰ ਸੀ ਨਾ ਬਾਹਰ ਸੀ, ਦਹਲੀਜ਼ ਤੇ ਸੀ, ਨਾ ਇਹ ਧਰਤੀ ਤੇ ਸੀ ਨਾ ਇਹ ਅਸਮਾਨ ਤੇ ਸੀ। ਉਹਨੇ ਨਰਸਿੰਘ ਨੇ ਆਪਣੇ ਪੱਟਾਂ ਤੇ ਰੱਖ ਕੇ ਇਹਨੂੰ ਨੋਹਾਂ ਦੇ ਨਾਲ ਪਾੜ ਕੇ ਮਾਰਨਾ ਕੀਤਾ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜ਼ਿਕਰ ਕਰਦੇ ਨੇ ਪ੍ਰਹਿਲਾਦ ਦਾ ਕਿ ਭੈੜੀ ਮਤ ਦੇ ਕਾਰਨ ਜਿਹੜਾ ਹਰਨਾਕਸ਼ ਸੀ ਇਹ ਦੁਰਾਚਾਰੀ ਸੀ। ਸਾਧ ਸੰਗਤ ਜੀ, ਇਹ ਦੁਰਾਚਾਰੀ ਹੋ ਗਿਆ ਭੈੜੀ ਮਤ ਦੇ ਕਾਰਨ, ਮਾੜੀ ਸਿੱਖਿਆ ਗ੍ਰਹਿਣ ਕੀਤੀ, ਅਤਿਆਚਾਰਨ ਕਰਨ ਲੱਗ ਪਿਆ, ਇਤਨੇ ਪਾਪ ਕਰਨ ਲੱਗ ਪਿਆ। ਪਰ ਨਰਾਇਣ ਪ੍ਰਮਾਤਮਾ ਆਪ ਹੀ ਹੰਕਾਰੀਆਂ ਦਾ ਹੰਕਾਰ ਦੂਰ ਕਰਦਾ ਹੈ। ਪ੍ਰਮਾਤਮਾ ਉਸਨੇ ਮਿਹਰ ਕੀਤੀ, ਪ੍ਰਹਿਲਾਦ ਦੀ ਰੱਖਿਆ ਕੀਤੀ ਤੇ ਹਰਨਾਕਸ਼ ਦਾ ਮਾਣ ਤੋੜਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜ਼ਿਕਰ ਕਰਦੇ ਨੇ, ਪਾਸਾ ਕਹਿੰਦੇ ਭੁੱਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ, ਗਰਭ ਗਿਆ ਬਿਨ ਸਤਿਗੁਰ ਖੇਤ। ਅਚੇਤ ਦਾ ਭਾਵ ਹੁੰਦਾ ਹੈ ਮਨ ਦੇ ਅਚੇਤਪਨ ਦੇ ਵਿੱਚ, ਮੂਰਖਤਾ ਦੇ ਵਿੱਚ। ਸੀਸ ਦਾ ਭਾਵ ਹੁੰਦਾ ਹੈ ਸਿਰ, ਸੀਸ ਦਾ ਭਾਵ ਹੁੰਦਾ ਹੈ, ਗਰਭ ਦਾ ਭਾਵ ਹੁੰਦਾ ਹੈ ਹੰਕਾਰ ਦੇ ਕਾਰਨ, ਖੇਤ ਦਾ ਭਾਵ ਹੁੰਦਾ ਹੈ ਦੇ ਕਾਰਨ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਹੁਣ ਸਤਿਗੁਰੂ ਨਾਨਕ ਦੇਵ ਮਹਾਰਾਜ ਇੱਥੇ ਰਾਵਣ ਮੂਰਖ ਦਾ ਜ਼ਿਕਰ ਕਰਦੇ ਨੇ ਆਪਣੀ ਬਾਣੀ ਦੇ ਵਿੱਚ ਕਿ ਭੁੱਲੋ ਰਾਵਣ ਮੁਗਧ ਅਚੇਤ। ਕਹਿੰਦੇ ਮੂਰਖ ਰਾਵਣ ਨੇ ਬੇਸਮਝੀ ਦੇ ਵਿੱਚ ਕੁਰਾਹੇ ਪੈ ਗਿਆ, ਮਾੜੀ ਸਿੱਖਿਆ ਗ੍ਰਹਿਣ ਕਰ ਲਈ ਰਾਵਣ ਨੇ। ਮੂਰਖ ਰਾਵਣ ਬੇਸਮਝੀ ਦੇ ਵਿੱਚ ਕੁਰਾਹੇ ਪੈ ਗਿਆ, ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣਾ ਕੀਤਾ ਤੇ ਸਿੱਟਾ ਕੀ ਨਿਕਲਿਆ? ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਿੱਟਾ ਇਹ ਨਿਕਲਿਆ, ਮਾੜੇ ਕਰਮ ਕਰਨ ਦਾ ਸਿੱਟਾ ਇਹ ਨਿਕਲਿਆ ਕਿ ਉਸ ਦੀ ਲੰਕਾ ਲੁੱਟੀ ਗਈ, ਰਾਵਣ ਦੀ ਘਰ ਬਰਬਾਦ ਹੋ ਗਿਆ ਮਾੜਿਆਂ ਕਰਮਾਂ ਦੇ ਵਿੱਚ ਪੈਣ ਕਰਕੇ, ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣ ਦੇ ਕਰਕੇ। ਜਦੋਂ ਕੁਰਾਹੇ ਪੈ ਗਿਆ ਤੇ ਸਿੱਟਾ ਇਹ ਨਿਕਲਿਆ ਕਿ ਉਹਦੀ ਲੰਕਾ ਲੁੱਟੀ ਗਈ, ਉਸ ਦਾ ਸਿਰ ਵੀ ਕੱਟਿਆ ਗਿਆ। ਹੰਕਾਰ ਦੇ ਕਾਰਨ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹੰਕਾਰ ਦੇ ਨਸ਼ੇ ਦੇ ਵਿੱਚ ਹੀ ਰਾਵਣ ਤਬਾਹ ਹੋ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਅੱਗੇ ਜ਼ਿਕਰ ਫਿਰ ਕਰਦੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ। ਪਾਤਸ਼ਾਹ ਕਹਿੰਦੇ ਸਾਹਿਸ ਬਾਹੋ ਮਦ ਕੀਟ ਮਖਿਆਸਾ, ਹਰਨਾਕਸ ਲੈ ਨਖੋ ਮੇਦਾਸਾ, ਦੈਤ ਸੰਘਾਰੇ ਬਿਨ ਭਗਤ ਅਭਿਆਸਾ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਵਿੱਚ ਸਾਹਿਸ ਬਾਹੂ ਦਾ ਜ਼ਿਕਰ ਕਰਦੇ ਨੇ। ਸਾਹਿਸ ਬਾਹੂ ਕੌਣ ਸੀ? ਸਾਧ ਸੰਗਤ ਜੀ, ਜਿਨ੍ਹਾਂ ਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਜ਼ਿਕਰ ਕੀਤਾ। ਜਿਹੜਾ ਸਾਹਿਸ ਬਾਹੂ ਸੀ ਨਾ ਸਾਧ ਸੰਗਤ ਜੀ, ਪਰਸਰਾਮ ਦੇ ਪਿਤਾ ਜਮਦਗਨ ਰਿਸ਼ੀ ਦਾ ਇਹ ਸਾਧੂ ਸੀ।
ਰਿਸ਼ਤੇਦਾਰੀ ਦੇ ਵਿੱਚੋਂ। ਇਹ ਰਾਜਾ ਸੀ। ਇੱਕ ਵਾਰੀ ਰਿਸ਼ੀ ਨੇ ਰਾਜੇ ਤੇ ਉਸਦੀ ਸੈਨਾ ਦੀ ਭੋਜਨ ਦੀ ਸੇਵਾ ਕਾਮਤੇਨ ਗਾਂ ਦੀ ਸਹਾਇਤਾ ਦੇ ਨਾਲ ਕੀਤੀ ਤੇ ਸਹਿਸ ਬਾਹੂ ਨੇ ਕਾਮਤੇਨ ਗਾਂ ਕਾਬੂ ਕਰਨੀ ਚਾਹੀ ਤੇ ਲੜਾਈ ਹੋ ਗਈ ਸਾਧ ਸੰਗਤ ਇਹਨਾਂ ਦੀ। ਜਦੋਂ ਲੜਾਈ ਹੋ ਗਈ, ਇਸ ਲੜਾਈ ਦੇ ਵਿੱਚ ਪਰਸ਼ੁਰਾਮ ਦੇ ਪਿਤਾ ਜਮਦਗਨ ਸੀ ਜਿਹੜਾ ਉਹ ਮਾਰਿਆ ਗਿਆ ਲੜਾਈ ਦੇ ਵਿੱਚ। ਪਰਸ਼ੁਰਾਮ ਦਾ ਪਿਤਾ ਜਮਦਗਨ ਦੇ ਪੁੱਤਰ ਪਰਸ਼ੁਰਾਮ ਨੇ ਬਦਲਾ ਲਿਆ ਤੇ ਉਹਨੇ ਸੱਸ ਬਾਹੂ ਨੂੰ ਮਾਰ ਦਿੱਤਾ, ਜਿਹਦਾ ਜ਼ਿਕਰ ਸਤਿਗੁਰੂ ਨਾਨਕ ਦੇਵ ਮਹਾਰਾਜ ਕਰਦੇ ਨੇ। ਪਾਤਸ਼ਾਹ ਕਹਿੰਦੇ ਸਹਸ ਬਾਹੂ ਨੂੰ ਪਰਸ਼ੁਰਾਮ ਨੇ ਮਾਰਿਆ, ਮਧੂ ਤੇ ਕੈਂਟਬ ਨੂੰ ਵਿਸ਼ਨੂੰ ਨੇ ਮਾਰ ਦਿੱਤਾ, ਮਖਿਆਸਾਪੁਰ ਦੁਰਗਾ ਦੇ ਹੱਥੋਂ ਮਾਰਿਆ ਗਿਆ, ਹਰਨਾਕਸ਼ ਨੂੰ ਨਰਸਿੰਘ ਨੇ ਨੌਹਾਂ ਦੇ ਨਾਲ ਮਾਰ ਦਿੱਤਾ। ਇਹ ਸਾਰੇ ਦੈਂਤ ਪਰਮੇਸ਼ਰ ਦੀ ਭਗਤੀ ਦੇ ਅਭਿਆਸ ਤੋਂ ਵਾਂਝੇ ਰਹਿਣ ਕਰਕੇ ਆਪਣੀ ਮੂਰਖਤਾ ਦੇ ਕਾਰਨ ਆਪਣਾ ਜੀਵਨ ਬਰਬਾਦ ਕਰ ਲਿਆ ਇਹਨਾਂ ਨੇ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਦਾ ਜ਼ਿਕਰ ਕਰਦੇ ਨੇ ਜਿਨ੍ਹਾਂ ਨੇ ਆਪਣੀ ਮੂਰਖਤਾ ਦੇ ਕਾਰਨ ਆਪਣਾ ਜੀਵਨ ਬਰਬਾਦ ਕੀਤਾ। ਸਤਿਗੁਰੂ ਕਹਿੰਦੇ ਜਰਾ ਸੰਧ ਕਾਲ ਜਮਨ ਸੰਘਾਰੇ, ਰਕਤ ਬੀਜ ਕਾਮ ਨੇਮ ਵਿਦਾਰੇ, ਦੈਤ ਸੰਘਾਰ ਸੰਤ ਨਿਸਤਾਰੇ। ਜਰਾਸੰਧ ਕੌਣ ਸੀ ਸਾਧ ਸੰਗਤ ਜੀ? ਬਿਹਾਰ ਉੜੀਸਾ ਦਾ ਇਹ ਰਾਜਾ ਸੀ। ਉੜੀਸਾ ਦਾ ਇਹ ਰਾਜਾ ਸੀ ਤੇ ਕੰਸ ਦਾ ਇਹ ਸਹੁਰਾ ਸੀ ਸਾਧ ਸੰਗਤ ਦੀ ਰਿਸ਼ਤੇਦਾਰੀ ਦੇ ਵਿੱਚ। ਕੰਸ ਦਾ ਬਦਲਾ ਲੈਣ ਲਈ ਜਰਾਸੰਧ ਨੇ ਸਾਧ ਸੰਗਤ ਜੀ ਕ੍ਰਿਸ਼ਨ ਤੇ ਹਮਲਾ ਕਰ ਦਿੱਤਾ, ਜਿਹਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਜ਼ਿਕਰ ਕਰਦੇ ਨੇ। ਭੀਮ ਨੇ ਕ੍ਰਿਸ਼ਨ ਜੀ ਦੀ ਸਹਾਇਤਾ ਦੇ ਨਾਲ ਇਹਨੂੰ ਦੋ ਫਾੜ ਕਰ ਦਿੱਤਾ ਜਰਾਸੰਧ ਨੂੰ, ਜਿਹਦਾ ਸਤਿਗੁਰੂ ਨਾਨਕ ਦੇਵ ਮਹਾਰਾਜ ਜ਼ਿਕਰ ਕਰਦੇ ਨੇ। ਸਤਿਗੁਰੂ ਕਹਿੰਦੇ ਪਰਮਾਤਮਾ ਨੇ ਦੈਂਤ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ, ਸੰਤਾਂ ਦੀ ਰੱਖਿਆ ਕੀਤੀ। ਜਰਾਸੰਧ ਤੇ ਕਾਮ ਬਕਰ ਕ੍ਰਿਸ਼ਨ ਜੀ ਦੇ ਹੱਥੋਂ ਮਾਰੇ ਗਏ, ਰਕਤ ਵੀ ਦੁਰਗਾ ਦੇ ਹੱਥੋਂ ਮਾਰਿਆ ਗਿਆ, ਕਾਲ ਨੇ ਵਿਸ਼ਨੂੰ ਨੇ ਤਰਸੂਲ ਦੇ ਨਾਲ ਚੀਰਿਆ। ਇਹਨਾਂ ਹੰਕਾਰੀਆਂ ਨੂੰ ਇਹਨਾਂ ਦੇ ਹੰਕਾਰ ਨੇ ਹੀ ਮਾਰ ਮੁਕਾ ਲਿਆ। ਇਹ ਸਾਰੇ ਹੰਕਾਰੀ ਹੋਏ। ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਜ਼ਿਕਰ ਕਰਦੇ ਨੇ ਕਿ ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਭਾਏ ਦੈਂਤ ਸੰਘਾਰੇ, ਗੁਰਮੁਖ ਸਾਚ ਭਗਤ ਨਿਸਤਾਰੇ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਸ ਸਾਰੀ ਖੇਡ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਉਹਨੇ ਖੇਡ ਰਚੀ, ਪਰਮਾਤਮਾ ਨੇ ਆਪ ਹੀ ਗੁਰੂ ਰੂਪ ਹੋ ਕੇ ਆਪਣੀ ਸਿਫਤ ਸਲਾਹ ਦੀ ਬਾਣੀ ਨੂੰ ਵਿਚਾਰਦਾ, ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਮਾਰਦਾ, ਆਪ ਹੀ ਗੁਰੂ ਦੀ ਸ਼ਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿੱਚ ਆਪਣੀ ਭਗਤੀ ਵੀ ਜੋੜ ਕੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ। ਇਹ ਸਾਰੀ ਰਚਨਾ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਰਚੀ ਹੋਈ ਹੈ। ਜਿਨ੍ਹਾਂ ਨੂੰ ਤਾਰਨਾ ਕੀਤਾ, ਜਿਨ੍ਹਾਂ ਨੂੰ ਮਾਰਨਾ ਕੀਤਾ, ਜਿਨ੍ਹਾਂ ਦਾ ਹੰਕਾਰ ਤੋੜਨਾ ਕੀਤਾ ਹੈ, ਇਹ ਸਾਰੀ ਖੇਡ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪ ਰਚੀ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਿਆਂਗੇ।